ਇਸ ਬੰਦੇ ਦੀ ਸ਼ਕਲ ਤੁਸੀਂ ਕਦੇ ਨਾ ਕਦੇ ਤਾਂ ਟੀ-ਸ਼ਰਟਸ 'ਤੇ ਦੇਖੀ ਹੀ ਹੋਵੇਗੀ। ਬਹੁਤ ਲੋਕ ਇਸ ਨੂੰ ਕ੍ਰਾਂਤੀ ਅਤੇ ਬਗਾਵਤ ਦਾ ਸਿੰਬਲ ਮੰਨਦੇ ਹਨ। ਪੂਰੀ ਦੁਨੀਆ ਅੱਜ ਇਸ ਨੂੰ ਚੀ ਗੁਏਰਾ ਦੇ ਨਾਮ ਤੋਂ ਜਾਣਦੀ ਹੈ, ਪਰ ਜ਼ਿਆਦਾਤਰ ਲੋਕਾਂ ਨੂੰ ਇਸ ਦੀ ਅਸਲ ਕਹਾਣੀ ਬਾਰੇ ਨਹੀਂ ਪਤਾ। ਅਰਨੈਸਟੋ ਗੁਏਰਾ ਦਾ ਜਨਮ 14 ਜੂਨ 1928 ਨੂੰ ਰੋਜ਼ਾਰੀਓ, ਅਰਜਨਟੀਨਾ ਵਿੱਚ ਹੋਇਆ, ਜੋ ਕਿ ਆਪਣੇ 5 ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ। ਛੋਟੀ ਉਮਰ ਤੋਂ ਹੀ ਚੇ ਨੂੰ ਅਸਥਮਾ ਅਤੇ ਨਿਮੋਨੀਆ ਦੀ ਬਿਮਾਰੀ ਨਾਲ ਜੂਝਣਾ ਪਿਆ। ਸ਼ੁਰੂ ਤੋਂ ਹੀ ਉਸ ਦੀ ਪੂਰੀ ਫੈਮਿਲੀ ਪੋਲੀਟਿਕਸ ਵਿੱਚ ਕਾਫੀ ਰੁਚੀ ਰੱਖਦੀ ਸੀ ਅਤੇ ਚੇ ਗੁਏਰਾ ਆਪਣੇ ਪਿਤਾ ਤੋਂ ਸਪੈਨਿਸ਼ ਸਿਵਲ ਵਾਰ ਦੀਆਂ ਕਹਾਣੀਆਂ ਸੁਣ ਕੇ ਵੱਡਾ ਹੋਇਆ। 10 ਸਾਲ ਦੀ ਉਮਰ ਤੱਕ ਚੇ ਇੱਕ ਚੰਗਾ ਚੈਸ ਦਾ ਪਲੇਅਰ ਬਣ ਚੁੱਕਿਆ ਸੀ ਅਤੇ ਉਹ ਆਪਣਾ ਜ਼ਿਆਦਾਤਰ ਸਮਾਂ ਕਿਤਾਬਾਂ ਪੜ੍ਹਨ 'ਤੇ ਹੀ ਗੁਜ਼ਾਰਦਾ ਸੀ। ਉਸ ਦੇ ਘਰ ਵਿੱਚ 3000 ਤੋਂ ਉੱਤੇ ਕਿਤਾਬਾਂ ਰੱਖੀਆਂ ਹੋਈਆਂ ਸਨ, ਜਿਨ੍ਹਾਂ ਵਿੱਚੋਂ ਉਸ ਦੀ ਦਿਲਚਸਪੀ ਜ਼ਿਆਦਾ ਪੋਇਟਰੀ ਅਤੇ ਇੰਟਲੈਕਚੁਅਲ ਕਿਤਾਬਾਂ ਵੱਲ ਰਹਿੰਦੀ ਸੀ ਅਤੇ ਅੱਗੇ ਚੱਲ ਕੇ ਉਹ ਕਾਰਲ ਮਾਰਕਸ, ਵਿਲੀਅਮ ਫਾਕਨਰ, ਜਵਾਹਰ ਲਾਲ ਨਹਿਰੂ ਅਤੇ ਐਮੀਲੀਓ ਸੈਲਗਰੀ ਵਰਗੇ ਇੰਟਲੈਕਚੁਅਲ ਅਤੇ ਪੋਲੀਟੀਕਲ ਲੋਕਾਂ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ। ਛੋਟੀ ਉਮਰ ਤੋਂ ਹੀ ਉਸ ਨੂੰ ਡਾਇਰੀ ਲਿਖਣ ਦਾ ਸ਼ੌਂਕ ਪੈ ਗਿਆ ਸੀ। ਉਸ ਦੀ ਜ਼ਿੰਦਗੀ ਵਿੱਚ ਹਰ ਰੋਜ਼ ਜੋ ਵੀ ਘਟਨਾਵਾਂ ਗੁਜ਼ਰਦੀਆਂ ਉਹ ਆਪਣੀ ਡਾਇਰੀ ਵਿੱਚ ਦਰਜ ਕਰਦਾ ਰਹਿੰਦਾ। ਉਸ ਦੀ ਡਾਇਰੀ ਤੋਂ ਹੀ ਆਪਾਂ ਨੂੰ ਉਸ ਦੀ ਜ਼ਿੰਦਗੀ ਬਾਰੇ ਡਿਟੇਲ ਜਾਣਕਾਰੀ ਮਿਲਦੀ ਹੈ। ਸਕੂਲ ਲਾਈਫ ਦੌਰਾਨ ਉਹ ਆਪਣੀ ਉਮਰ ਦੇ ਜਵਾਕਾਂ ਤੋਂ ਜ਼ਿਆਦਾ ਸਿੰਸੀਅਰ ਅਤੇ ਪੜ੍ਹਾਈ ਵਿੱਚ ਕਾਫੀ ਚੰਗਾ ਸੀ ਅਤੇ ਹਾਈ ਸਕੂਲ ਦੌਰਾਨ ਉਹ ਹਮੇਸ਼ਾ ਯੂਨੀਵਰਸਿਟੀ ਲੈਵਲ ਦੇ ਸਟੂਡੈਂਟਸ ਨਾਲ ਹੀ ਘੁੰਮਦਾ ਨਜ਼ਰ ਆਉਂਦਾ ਸੀ, ਕਿਉਂਕਿ ਚੇ ਦਾ ਇੰਟਲੈਕਚੁਅਲ ਲੈਵਲ ਉਸ ਦੀ ਉਮਰ ਦੇ ਜਵਾਕਾਂ ਨਾਲੋਂ ਕਿਤੇ ਉੱਚਾ ਸੀ। ਆਪਣੀ ਪੜ੍ਹਾਈ ਦੇ ਦਿਨਾਂ ਦੌਰਾਨ ਉਹ ਪੋਲੀਟਿਕਸ ਬਾਰੇ ਇੱਕ ਅਲੱਗ ਨਜ਼ਰੀਆ ਰੱਖਦਾ ਸੀ। ਉਸ ਦੀ ਡਾਇਰੀ ਵਿੱਚ ਉਸਨੇ ਇੱਕ ਅਜਿਹੀ ਘਟਨਾ ਬਾਰੇ ਲਿਖਿਆ ਜਿਸ ਵਿੱਚ ਉਸ ਦੇ ਯੂਨੀਵਰਸਿਟੀ ਦੇ ਸਾਥੀਆਂ ਨੇ ਚੇ ਗੁਏਰਾ ਨੂੰ ਇੱਕ ਪੋਲੀਟੀਕਲ ਰੈਲੀ 'ਤੇ ਨਾਲ ਚੱਲਣ ਲਈ ਕਿਹਾ, ਜਿਸ ਦੇ ਜਵਾਬ ਵਿੱਚ ਉਸਨੇ ਜਵਾਬ ਦਿੱਤਾ, ਕਿੰਨੇ ਹੱਥੇ ਸੜਕਾਂ 'ਤੇ ਜਾ ਕੇ ਪੁਲਿਸ ਤੋਂ ਡੰਡੇ ਕਿਉਂ ਖਾਵਾਂ, ਮੈਂ ਤਾਂ ਹੀ ਤੁਹਾਡੇ ਨਾਲ ਚੱਲਾਂਗਾ ਜੇ ਤੁਸੀਂ ਮੈਨੂੰ ਇੱਕ ਬੰਦੂਕ ਲੈ ਕੇ ਦੇਵੋ। ਜਦੋਂ ਚੇ ਹਜੇ 15 ਸਾਲ ਦਾ ਸੀ ਤਾਂ ਉਦੋਂ ਤੋਂ ਹੀ ਉਹ ਸਮਾਜਵਾਦ ਅਤੇ ਇਕੁਐਲਿਟੀ ਬਾਰੇ ਕਾਫੀ ਡੂੰਘੀ ਸੋਚ ਰੱਖਦਾ ਸੀ ਅਤੇ ਹਮੇਸ਼ਾ ਕਹਿੰਦਾ ਸੀ ਕਿ ਅੱਗੇ ਜਾ ਕੇ ਉਹ ਲੋਕਾਂ ਦੀ ਮਦਦ ਕਰੇਗਾ। ਅਤੇ ਇਸੇ ਉਮਰ ਦੌਰਾਨ ਹੀ ਉਸ ਨੂੰ ਆਪਣੇ ਅਸਥਮੇ ਕਰਕੇ ਰਗਬੀ ਖੇਡਣ ਦਾ ਸ਼ੌਂਕ ਵੀ ਛੱਡਣਾ ਪਿਆ। ਪਰ ਪੜ੍ਹਾਈ ਵਿੱਚ ਕਾਫੀ ਚੰਗਾ ਹੋਣ ਕਾਰਨ ਉਸਨੇ ਹਾਈ ਸਕੂਲ ਖਤਮ ਕਰਨ ਤੋਂ ਬਾਅਦ 1948 ਵਿੱਚ ਯੂਨੀਵਰਸਿਟੀ ਵਿੱਚ ਦਾਖਲਾ ਲਿਆ, ਜਿੱਥੇ ਉਸਨੇ ਆਪਣੇ 6 ਸਾਲ ਦੀ ਮੈਡੀਕਲ ਦੀ ਡਿਗਰੀ ਸਿਰਫ 3 ਸਾਲ ਵਿੱਚ ਹੀ ਪੂਰੀ ਕਰ ਲਈ। ਯੂਨੀਵਰਸਿਟੀ ਵਿੱਚ ਪੜ੍ਹਦੇ ਸਮੇਂ ਹੀ ਉਸਨੇ ਆਪਣੀ ਮਸ਼ਹੂਰ ਮੋਟਰਸਾਈਕਲ ਜਰਨੀ ਸ਼ੁਰੂ ਕੀਤੀ, ਜਿਸ ਨੇ ਇੱਕ ਤਰ੍ਹਾਂ ਨਾਲ ਚੇ ਗੁਏਰਾ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਲੈ ਕੇ ਆਂਦਾ। 1950 ਵਿੱਚ ਉਸਨੇ ਇਕੱਲੇ ਹੀ ਆਪਣੀ ਸਾਈਕਲ 'ਤੇ ਇੱਕ ਇੰਜਨ ਫਿੱਟ ਕਰਕੇ ਨਾਰਥ ਅਰਜਨਟੀਨਾ ਦਾ 4500 ਕਿਲੋਮੀਟਰ ਦਾ ਦੌਰਾ ਕੀਤਾ ਅਤੇ ਇਸ ਤੋਂ ਅਗਲੇ ਸਾਲ ਹੀ ਉਸਨੇ ਆਪਣੇ ਯੂਨੀਵਰਸਿਟੀ ਦੇ ਦੋਸਤ ਐਲਬਰਟੋ ਗ੍ਰਾਂਡੋ ਨਾਲ ਮਿਲ ਕੇ ਪੂਰੇ ਸਾਊਥ ਅਮਰੀਕਾ ਮਹਾਦੀਪ ਦਾ ਸਫ਼ਰ ਸ਼ੁਰੂ ਕੀਤਾ। ਇਸ ਸਫ਼ਰ ਦੌਰਾਨ ਚੇ ਗੁਏਰਾ ਦੇ ਕੋਲ ਨੋਰਟਨ 500 ਸੀਸੀ ਮੋਟਰਸਾਈਕਲ ਸੀ, ਜਿਸ ਨੂੰ ਉਹ ਲਾ ਪੰਡਰੋਸਾ ਕਹਿੰਦਾ ਸੀ, ਮਤਲਬ ਕਿ ਸ਼ਕਤੀਸ਼ਾਲੀ। ਇਸ ਸਫ਼ਰ ਦੌਰਾਨ ਰਸਤੇ ਵਿੱਚ ਜਿੱਥੇ ਵੀ ਉਹਨਾਂ ਕੋਲ ਪੈਸੇ ਦੀ ਕਮੀ ਹੋ ਜਾਂਦੀ ਤਾਂ ਉਹ ਉੱਥੇ ਕੰਮਕਾਰ ਕਰਕੇ ਪੈਸੇ ਕਮਾ ਲੈਂਦੇ ਅਤੇ ਅੱਗੇ ਚੱਲ ਪੈਂਦੇ। ਉਹਨਾਂ ਦਾ ਇਹ ਸਫ਼ਰ ਲਗਭਗ 8000 ਕਿਲੋਮੀਟਰ ਅਤੇ 9 ਮਹੀਨੇ ਚੱਲਿਆ। ਇਸ ਸਫ਼ਰ ਦੌਰਾਨ ਉਹ ਜਿੰਨੇ ਵੀ ਦੇਸ਼ਾਂ ਵਿੱਚੋਂ ਲੰਘਿਆ ਤਾਂ ਲੋਕਾਂ ਦੀ ਅੱਤ ਦੀ ਗਰੀਬੀ ਦੇਖ ਕੇ ਉਹ ਹੈਰਾਨ ਰਹਿ ਗਿਆ, ਜਿਸ ਦਾ ਅਸਰ ਉਸ ਦੀ ਪੋਲੀਟੀਕਲ ਸੋਚ 'ਤੇ ਇੰਨਾ ਪਿਆ ਕਿ ਉਸ ਨੂੰ ਲੱਗਣ ਲੱਗ ਗਿਆ ਕਿ ਕੈਪੀਟਲਿਜ਼ਮ ਇੱਕ ਬੇਕਾਰ ਸਿਸਟਮ ਹੈ, ਪੂੰਜੀਵਾਦੀ ਲੋਕ ਆਮ ਲੋਕਾਂ ਦਾ ਖੂਨ ਚੂਸ ਰਹੇ ਹਨ। ਇਸ ਬਾਰੇ ਚੇ ਗੁਏਰਾ ਨੇ 1960 ਵਿੱਚ ਲਿਖਿਆ ਕਿ ਜਿਸ ਹਾਲਾਤਾਂ ਵਿੱਚ ਮੈਂ ਸਫ਼ਰ ਕੀਤਾ, ਮੈਂ ਗਰੀਬੀ, ਭੁੱਖਮਰੀ ਅਤੇ ਬਿਮਾਰੀ ਦੇ ਬਹੁਤ ਕੋਲ ਦੀ ਲੰਘਿਆ ਅਤੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਜ਼ਰੂਰੀ ਚੀਜ਼ਾਂ ਦੀ ਘਾਟ ਕਾਰਨ ਮੈਂ ਬਿਮਾਰ ਬੱਚਿਆਂ ਦਾ ਇਲਾਜ ਵੀ ਨਹੀਂ ਕਰ ਸਕਦਾ ਸੀ। ਮੈਨੂੰ ਕੁਪੋਸ਼ਣ ਤੇ ਲਗਾਤਾਰ ਹੁੰਦੇ ਧੱਕੇ ਵਿੱਚ ਕੋਈ ਗਿਰਾਵਟ ਨਹੀਂ ਦਿਖੀ ਅਤੇ ਇਸ ਦੌਰਾਨ ਮੈਨੂੰ ਇਹ ਮਹਿਸੂਸ ਹੋਇਆ ਕਿ ਮਸ਼ਹੂਰ ਰਿਸਰਚਰ ਅਤੇ ਮੈਡੀਕਲ ਸਾਇੰਸ ਵਿੱਚ ਮਹਾਰਤ ਹਾਸਲ ਕਰਨ ਤੋਂ ਵੀ ਇੱਕ ਜ਼ਿਆਦਾ ਜ਼ਰੂਰੀ ਚੀਜ਼ ਹੈ, ਉਹ ਹੈ ਲੋਕਾਂ ਦੀ ਮਦਦ ਕਰਨਾ। 1953 ਵਿੱਚ ਚੇ ਗੁਏਰਾ ਆਪਣੀ ਪੜ੍ਹਾਈ ਪੂਰੀ ਕਰਕੇ ਡਾਕਟਰ ਬਣ ਗਿਆ ਸੀ, ਪਰ 2 ਮਹੀਨੇ ਬਾਅਦ ਹੀ ਉਸਨੇ ਆਪਣਾ ਇਹ ਕੈਰੀਅਰ ਛੱਡ ਕੇ ਰਾਜਨੀਤੀ ਵਿੱਚ ਜਾਣ ਦਾ ਫੈਸਲਾ ਲਿਆ, ਜਿੱਥੋਂ ਉਸਦੇ ਕ੍ਰਾਂਤੀਕਾਰੀ ਬਣਨ ਦਾ ਸਫ਼ਰ ਸ਼ੁਰੂ ਹੁੰਦਾ ਹੈ। ਚੇ ਗੁਏਰਾ ਅਤੇ ਉਸ ਦਾ ਮਿੱਤਰ ਕਾਰਲੋਸ ਦੋਵੇਂ ਬੋਲੀਵੀਆ ਨੂੰ ਚੱਲ ਪਏ। ਬੋਲੀਵੀਆ ਅੰਦਰ ਹਜੇ ਨਵੀਂ ਸਰਕਾਰ ਬਣੀ ਹੀ ਸੀ। ਉਸ ਸਰਕਾਰ ਨੂੰ ਡੇਗਣ ਲਈ ਉੱਥੇ ਰੈਵੋਲੂਸ਼ਨ ਸ਼ੁਰੂ ਹੋ ਹੀ ਰਿਹਾ ਸੀ, ਪਰ ਚੇ ਨੇ ਉਹਨਾਂ ਕ੍ਰਾਂਤੀਕਾਰੀਆਂ ਨਾਲ ਰਲਣ ਤੋਂ ਮਨਾ ਕਰ ਦਿੱਤਾ ਕਿਉਂਕਿ ਉਸ ਦਾ ਕਹਿਣਾ ਸੀ ਕਿ ਉੱਥੋਂ ਦੇ ਕ੍ਰਾਂਤੀਕਾਰੀ ਆਮ ਲੋਕਾਂ 'ਤੇ ਜ਼ਿਆਦਾ ਜ਼ੁਲਮ ਢਾ ਰਹੇ ਹਨ, ਜਿਸ ਕਾਰਨ ਉਹ ਦੋਵੇਂ ਬੋਲੀਵੀਆ ਦੇ ਰੈਵੋਲੂਸ਼ਨ ਤੋਂ ਨਿਕਲ ਕੇ ਪੇਰੂ ਕੋਲ ਦੀ ਹੁੰਦੇ ਹੋਏ ਗੁਆਟਾਮਾਲਾ ਜਾ ਪਹੁੰਚੇ, ਜਿੱਥੋਂ ਦੇ ਕ੍ਰਾਂਤੀਕਾਰੀ ਆਪਣੇ ਹੱਕਾਂ ਲਈ ਕਾਫੀ ਸਮੇਂ ਤੋਂ ਲੜ ਰਹੇ ਸਨ। ਚੇ ਦੇ ਉੱਥੇ ਪਹੁੰਚਣ ਤੱਕ ਉਹਨਾਂ ਦੀ ਕ੍ਰਾਂਤੀ ਸਫਲ ਵੀ ਹੋ ਗਈ ਸੀ ਅਤੇ ਗੁਆਟਾਮਾਲਾ ਨੂੰ ਅਮਰੀਕਾ ਦੇ ਹੱਥੋਂ ਆਜ਼ਾਦ ਕਰਵਾ ਲਿਆ ਗਿਆ ਸੀ। ਪਰ ਹਜੇ ਤੱਕ ਚੇ ਗੁਏਰਾ ਪੂਰੀ ਤਰ੍ਹਾਂ ਮਾਰਕਸਵਾਦੀ ਸੋਚ ਨਹੀਂ ਰੱਖਦਾ ਸੀ।
ਉਸ ਨੂੰ ਹਮੇਸ਼ਾ ਲੱਗਦਾ ਸੀ ਕਿ ਕਮਜ਼ੋਰ ਲੋਕਾਂ ਨੂੰ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਹਨ, ਪਰ ਉਸ ਨੂੰ ਮੁਸ਼ਕਿਲ ਇਸ ਵਿੱਚ ਆ ਰਹੀ ਸੀ ਕਿ ਉਸ ਦੇ ਕੋਲ ਹਜੇ ਤੱਕ ਕੋਈ ਰਾਸਤਾ ਨਹੀਂ ਸੀ ਜਿਸ ਨਾਲ ਉਹ ਆਮ ਲੋਕਾਂ ਦਾ ਭਲਾ ਕਰ ਸਕੇ। ਗੁਆਟਾਮਾਲਾ ਦੀ ਨਵੀਂ ਬਣੀ ਕ੍ਰਾਂਤੀਕਾਰੀ ਸਰਕਾਰ ਦੇ ਮੁਖੀ ਆਕਬੋ ਆਰਬੈਂਜ਼ ਨੇ ਕੁਝ ਆਰਮੀ ਅਫਸਰ ਅਤੇ ਬੁੱਧੀਜੀਵੀਆਂ ਨੂੰ ਇਕੱਠੇ ਕਰਕੇ ਅਮਰੀਕਾ ਦੇ ਹੱਥੋਂ ਖੋਈ ਹੋਈ ਜ਼ਮੀਨ ਨੂੰ ਆਮ ਲੋਕਾਂ ਦੇ ਵਿੱਚ ਵੰਡਣ ਦਾ ਕੰਮ ਕਰ ਰਿਹਾ ਸੀ। ਚੀ ਨੇ ਉੱਥੇ ਪਟਾਨਾ ਦੇ ਜੰਗਲਾਂ ਵਿੱਚ ਲੋਕਾਂ ਦਾ ਇਲਾਜ ਕਰਨ ਦਾ ਜ਼ਿੰਮਾ ਸਾਂਭਿਆ ਹੋਇਆ ਸੀ, ਜਿੱਥੇ ਇਹ ਕੰਮ ਕਰਨ ਲਈ ਉਸ ਨੂੰ ਉੱਥੋਂ ਦੀ ਗੁਆਟਾਮਾਲਨ ਦੀ ਲੇਬਰ ਪਾਰਟੀ ਜੁਆਇਨ ਕਰਨ ਲਈ ਕਿਹਾ ਗਿਆ, ਜੋ ਕਿ ਇੱਕ ਕਮਿਊਨਿਸਟ ਪਾਰਟੀ ਸੀ। ਚੀ ਨੇ ਇਸ ਪ੍ਰਸਤਾਵ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਉਹ ਇੱਕ ਕ੍ਰਾਂਤੀਕਾਰੀ ਹੈ ਜੋ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਉੱਤੋਂ ਦਾ ਦਰਜਾ ਹੈ। ਗੁਆਟਾਮਾਲਾ ਵਿੱਚ ਕਮਿਊਨਿਸਟ ਸਰਕਾਰ ਬਣੀ ਨੂੰ ਹਜੇ 1 ਸਾਲ ਵੀ ਨਹੀਂ ਹੋਇਆ ਸੀ ਕਿ ਅਮਰੀਕਾ ਦੀ CIA ਨੇ ਉੱਥੇ ਕਿਸੇ ਦੂਜੇ ਕ੍ਰਾਂਤੀਕਾਰੀ ਗਰੁੱਪ ਨੂੰ ਪੈਸੇ, ਹਥਿਆਰ ਅਤੇ ਟ੍ਰੇਨਿੰਗ ਦੇ ਕੇ ਨਵੀਂ ਬਣੀ ਸਰਕਾਰ ਨੂੰ ਗਿਰਾ ਦਿੱਤਾ, ਜਿਸ ਤੋਂ ਬਾਅਦ ਉਹਨਾਂ ਨੇ ਚੇ ਗੁਏਰਾ ਅਤੇ ਹੋਰ ਕ੍ਰਾਂਤੀਕਾਰੀ ਲੋਕਾਂ ਨੂੰ ਦੇਖਦੇ ਹੀ ਗੋਲੀ ਮਾਰਨ ਦਾ ਹੁਕਮ ਦੇ ਦਿੱਤਾ, ਜਿਸ ਦੇ ਕਾਰਨ ਚੇ ਨੂੰ ਅਰਜਨਟੀਨਾ ਦੀ ਅੰਬੈਸੀ ਵਿੱਚ 2 ਮਹੀਨੇ ਤੱਕ ਸ਼ਰਨ ਲੈਣੀ ਪਈ। ਗੁਆਟਾਮਾਲਾ ਦੀ ਇਸ ਘਟਨਾ ਤੋਂ ਬਾਅਦ ਚੇ ਗੁਏਰਾ ਨੂੰ ਇਹ ਯਕੀਨ ਹੋ ਗਿਆ ਸੀ ਕਿ ਅਮਰੀਕਾ ਹੀ ਆਮ ਲੋਕਾਂ ਦੀਆਂ ਦੁੱਖਾਂ ਤਕਲੀਫਾਂ ਦਾ ਦੋਸ਼ੀ ਹੈ ਅਤੇ ਕੈਪੀਟਲਿਜ਼ਮ ਹੀ ਇਸ ਦੀ ਜੜ ਹੈ, ਜਿਸ ਤੋਂ ਬਾਅਦ ਉਸਨੇ ਕਾਰਲ ਮਾਰਕਸ ਅਤੇ ਲੈਨਿਨ ਦੇ ਕੰਮ ਨੂੰ ਡੂੰਘਾਈ ਨਾਲ ਪੜ੍ਹਨਾ ਸ਼ੁਰੂ ਕੀਤਾ। ਅਰਜਨਟੀਨਾ ਤੋਂ ਉਹ ਸਿੱਧਾ ਮੈਕਸੀਕੋ ਪਹੁੰਚ ਗਿਆ, ਜਿੱਥੇ ਉਸਨੇ ਆਪਣੇ ਕ੍ਰਾਂਤੀਕਾਰੀ ਸਕਿੱਲਸ ਨੂੰ ਹੋਰ ਤੇਜ਼ ਕਰਨ ਲਈ ਉੱਥੋਂ ਦੇ ਰੈਵੋਲੂਸ਼ਨਰੀ ਗਰੁੱਪਸ ਤੋਂ ਮਿਲਟਰੀ ਟ੍ਰੇਨਿੰਗ, ਗੁਰੀਲਾ ਵਾਰਫੇਅਰ ਦੀਆਂ ਟੈਕਟਿਕਸ ਅਤੇ ਹੋਰ ਅਲੱਗ-ਅਲੱਗ ਤਰ੍ਹਾਂ ਦੀ ਸਿਖਲਾਈ ਲਈ। ਇਸ ਦੇ ਨਾਲ-ਨਾਲ ਉਹ ਅਲੱਗ-ਅਲੱਗ ਹਸਪੀਟਲਸ ਵਿੱਚ ਜਾ ਕੇ ਲੋਕਾਂ ਦਾ ਇਲਾਜ ਕਰਦਾ ਅਤੇ ਮੈਡੀਕਲ ਸਟੂਡੈਂਟਸ ਨੂੰ ਲੈਕਚਰ ਦਿੰਦਾ ਸੀ। ਇਸੇ ਸਾਲ ਹੀ ਉਸ ਦਾ ਵਿਆਹ ਹਿਲਡਾ ਗੇਡੀਆ ਨਾਲ ਮੈਕਸੀਕੋ ਵਿੱਚ ਹੋਇਆ। 1955 ਵਿੱਚ ਉਹ ਉੱਥੇ ਰਹਿੰਦੇ ਹੋਏ ਹੀ ਪਹਿਲੀ ਵਾਰ ਫਿਡੈਲ ਕਾਸਤਰੋ ਨੂੰ ਮਿਲਿਆ। ਫਿਡੈਲ ਕਾਸਤਰੋ ਵੀ ਉੱਥੇ ਆਪਣੀ ਜਾਨ ਬਚਾ ਕੇ ਆਇਆ ਹੋਇਆ ਸੀ, ਕਿਉਂਕਿ ਉਸ ਦਾ ਕਿਊਬਾ ਦਾ ਵਿਦਰੋਹ ਫੇਲ ਹੋ ਗਿਆ ਸੀ। ਫਿਡੈਲ ਕਾਸਤਰੋ ਕਿਊਬਾ ਦੇ ਪ੍ਰੈਜ਼ੀਡੈਂਟ ਫੁਲਹੈਂਸੋ ਬਟਿਸਟਾ ਦੀ ਸਰਕਾਰ ਨੂੰ ਡੇਗਣਾ ਚਾਹੁੰਦਾ ਸੀ, ਇਸੇ ਲਈ ਉਸਨੇ ਦੁਬਾਰਾ ਫੇਰ ਬਗਾਵਤ ਕਰਨ ਦਾ ਸੋਚਿਆ, ਜਿਹਦੇ ਲਈ ਉਹ ਹਮੇਸ਼ਾ ਨਵੇਂ-ਨਵੇਂ ਕ੍ਰਾਂਤੀਕਾਰੀਆਂ ਦੀ ਭਾਲ ਵਿੱਚ ਰਹਿੰਦਾ ਸੀ। ਫਿਡੈਲ ਕਾਸਤਰੋ ਦੀ ਗੱਲ ਮੰਨ ਕੇ ਚੀ ਗੁਏਰਾ ਉਸ ਦੇ ਨਾਲ ਚੱਲਣ ਨੂੰ ਸਹਿਮਤ ਹੋ ਗਿਆ, ਪਰ ਹਜੇ ਉਹ ਕਿਊਬਾ ਲਈ ਰਵਾਨਾ ਵੀ ਨਹੀਂ ਹੋਏ ਸੀ ਕਿ ਮੈਕਸੀਕੋ ਦੀ ਇੰਟੈਲੀਜੈਂਸ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਵਿੱਚ ਸੁੱਟ ਦਿੱਤਾ। ਇਹ ਪਹਿਲੀ ਵਾਰ ਸੀ ਜਦੋਂ ਚੇ ਗੁਏਰਾ ਜੇਲ੍ਹ ਵਿੱਚ ਗਿਆ ਸੀ, ਜਿੱਥੇ ਉਸ 'ਤੇ ਅਤੇ ਉਸ ਦੇ ਸਾਥੀਆਂ 'ਤੇ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ, ਪਰ ਫਿਡੈਲ ਕਾਸਤਰੋ ਨੂੰ ਰਸ਼ੀਆ ਦੀ ਐਮਬੈਸੀ ਨੇ ਬਚਾ ਲਿਆ ਅਤੇ ਥੋੜ੍ਹੇ ਟਾਈਮ ਬਾਅਦ ਹੀ ਉਹਨਾਂ ਨੇ ਚੇ ਅਤੇ ਉਸ ਦੇ ਬਾਕੀ ਸਾਥੀਆਂ ਨੂੰ ਵੀ ਛੱਡ ਦਿੱਤਾ। 1956 ਤੱਕ ਸਾਰੇ ਕ੍ਰਾਂਤੀਕਾਰੀਆਂ ਦੀ ਗੁਰੀਲਾ ਟ੍ਰੇਨਿੰਗ ਚੱਲਦੀ ਰਹੀ, ਜਿਸ ਵਿੱਚ ਐਸਤਮਾ ਹੋਣ ਦੇ ਕਾਰਨ ਵੀ ਚੇ ਸਭ ਤੋਂ ਜ਼ਿਆਦਾ ਉੱਭਰ ਕੇ ਮੂਹਰੇ ਆਇਆ। 25 ਨਵੰਬਰ 1956 ਨੂੰ ਚੇ ਗੁਏਰਾ, ਫਿਡੈਲ ਕਾਸਤਰੋ ਅਤੇ 80 ਹੋਰ ਕ੍ਰਾਂਤੀਕਾਰੀ ਕਿਊਬਾ ਦੀ ਰੈਵੋਲੂਸ਼ਨ ਵਿੱਚ ਹਿੱਸਾ ਲੈਣ ਲਈ ਇੱਕ ਗ੍ਰੈਨਮਾ ਨਾਂ ਦੀ ਕਿਸ਼ਤੀ ਵਿੱਚ ਕਿਊਬਾ ਲਈ ਰਵਾਨਾ ਹੋਏ, ਪਰ ਇਹਨਾਂ ਵਿੱਚੋਂ ਕਿਸੇ ਨੂੰ ਵੀ ਸਮੁੰਦਰੀ ਰਸਤਿਆਂ ਦੀ ਚੰਗੀ ਤਰ੍ਹਾਂ ਜਾਣਕਾਰੀ ਨਾ ਹੋਣ ਕਾਰਨ ਉਹ ਕਾਫੀ ਸਮਾਂ ਇੱਧਰ-ਉੱਧਰ ਹੀ ਭਟਕਦੇ ਰਹੇ, ਜਿਸ ਦੇ ਕਾਰਨ ਉਹਨਾਂ ਦਾ ਸਾਰਾ ਰਾਸ਼ਨ ਪਾਣੀ ਖਤਮ ਹੋ ਗਿਆ। ਆਖਿਰਕਾਰ ਉਹ ਕਿਊਬਾ ਦੇ ਸਾਊਥ ਈਸਟ ਕੰਢੇ 'ਤੇ ਜਾ ਪਹੁੰਚੇ। ਕੰਢੇ 'ਤੇ ਪਹੁੰਚਣ ਤੋਂ ਬਾਅਦ ਵੀ ਉਹ ਕਈ ਹਫ਼ਤੇ ਇੱਧਰ-ਉੱਧਰ ਹੀ ਭਟਕਦੇ ਰਹੇ, ਪਰ ਕੁਝ ਸਮੇਂ ਬਾਅਦ ਉਹਨਾਂ ਨੂੰ ਇੱਕ ਗਾਈਡ ਮਿਲਿਆ, ਜਿਸ ਨੇ ਕਿ ਉਹਨਾਂ ਨੂੰ ਧੋਖਾ ਦੇ ਦਿੱਤਾ ਅਤੇ ਉਹਨਾਂ ਦੀ ਸਾਰੀ ਜਾਣਕਾਰੀ ਜਾ ਕੇ ਬਟਿਸਟਾ ਦੀ ਫੌਜ ਨੂੰ ਦੇ ਦਿੱਤੀ, ਜਿਸ ਤੋਂ ਬਾਅਦ ਆਰਮੀ ਨੇ ਇਹਨਾਂ 82 ਕ੍ਰਾਂਤੀਕਾਰੀਆਂ ਉੱਤੇ ਹਮਲਾ ਕਰ ਦਿੱਤਾ। ਜ਼ਿਆਦਾਤਰ ਕ੍ਰਾਂਤੀਕਾਰੀ ਤਾਂ ਮੌਕੇ 'ਤੇ ਹੀ ਮਾਰੇ ਗਏ ਅਤੇ ਕਈਆਂ ਨੂੰ ਫੜ ਕੇ ਬਾਅਦ ਵਿੱਚ ਮਾਰ ਦਿੱਤਾ ਗਿਆ। ਇਸ ਲੜਾਈ ਦੌਰਾਨ ਫਿਡੈਲ ਕਾਸਤਰੋ ਵੀ ਜ਼ਖਮੀ ਹੋ ਗਿਆ, ਪਰ ਉਹ ਆਪਣੇ 4 ਹੋਰ ਸਾਥੀਆਂ ਨਾਲ ਭੱਜਣ ਵਿੱਚ ਕਾਮਯਾਬ ਰਿਹਾ ਅਤੇ ਦੂਜੇ ਪਾਸੇ ਚੇ ਗੁਏਰਾ ਅਤੇ ਉਸਦੇ ਕੁਝ ਸਾਥੀ ਵੀ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਹੇ। 82 ਵਿੱਚੋਂ ਸਿਰਫ 20 ਜਾਣੇ ਹੀ ਇਸ ਹਮਲੇ ਤੋਂ ਬਚ ਸਕੇ। ਇਸ ਘਟਨਾ ਬਾਰੇ ਚੇ ਗੁਏਰਾ ਨੇ ਬਾਅਦ ਵਿੱਚ ਲਿਖਿਆ ਕਿ ਇਹ ਪਹਿਲੀ ਵਾਰ ਸੀ ਕਿ ਮੈਨੂੰ ਆਪਣੀ ਮੈਡੀਕਲ ਦੀ ਪੜ੍ਹਾਈ ਅਤੇ ਕ੍ਰਾਂਤੀਕਾਰੀ ਵਿੱਚੋਂ ਕਿਸੇ ਇੱਕ ਚੀਜ਼ ਨੂੰ ਚੁਣਨਾ ਪਿਆ। ਉਸ ਸਮੇਂ ਮੇਰੇ ਪੈਰਾਂ ਵਿੱਚ ਦਵਾਈਆਂ ਦਾ ਡੱਬਾ ਅਤੇ ਗੋਲੀਆਂ ਦਾ ਡੱਬਾ ਦੋਵੇਂ ਪਏ ਸਨ, ਪਰ ਦੋਵਾਂ ਨੂੰ ਚੱਕ ਕੇ ਭੱਜਣਾ ਕਾਫੀ ਮੁਸ਼ਕਲ ਸੀ। ਮੈਂ ਉਸ ਸਮੇਂ ਗੋਲੀਆਂ ਦੇ ਡੱਬੇ ਨੂੰ ਚੁਣਿਆ ਅਤੇ ਦਵਾਈਆਂ ਨੂੰ ਪਿੱਛੇ ਛੱਡ ਆਇਆ। ਇਸ ਘਟਨਾ ਤੋਂ ਬਾਅਦ ਫਿਡੈਲ ਕਾਸਤਰੋ ਅਤੇ ਉਸ ਦਾ ਗਰੁੱਪ ਪਹਿਲਾਂ ਮਿਥੀ ਹੋਈ ਜਗ੍ਹਾ 'ਤੇ ਪਹੁੰਚ ਗਏ ਸਨ, ਪਰ ਚੇ ਗੁਏਰਾ ਅਤੇ ਉਸ ਦਾ ਗਰੁੱਪ ਰਾਸਤੇ ਵਿੱਚ ਭਟਕ ਗਿਆ ਸੀ, ਕਿਉਂਕਿ ਚੇ ਗੁਏਰਾ ਜਿਸ ਨਾਰਥ ਸਟਾਰ ਨੂੰ ਦੇਖ ਕੇ ਆਪਣੀ ਦਿਸ਼ਾ ਵਿੱਚ ਵੱਧ ਰਿਹਾ ਸੀ, ਉਹ ਅਸਲ ਵਿੱਚ ਨਾਰਥ ਸਟਾਰ ਨਹੀਂ ਬਲਕਿ ਕੋਈ ਹੋਰ ਹੀ ਤਾਰਾ ਸੀ। ਪਰ ਭਟਕਦੇ ਉਹ ਕਿਸਮਤ ਨਾਲ ਸਹੀ ਲੋਕੇਸ਼ਨ 'ਤੇ ਪਹੁੰਚ ਹੀ ਗਏ ਅਤੇ ਦੋਵੇਂ ਗਰੁੱਪ ਆਪਸ ਵਿੱਚ ਦੁਬਾਰਾ ਮਿਲ ਗਏ। ਉਸ ਹਮਲੇ ਤੋਂ ਬਾਅਦ ਉਹਨਾਂ ਦੀ ਗਿਣਤੀ ਕਾਫੀ ਘਟ ਗਈ ਸੀ ਅਤੇ ਹੁਣ ਉਹ ਸੀਰੀਆ ਮੈਸਤਰਾ ਮਾਊਂਟੇਨਸ ਨੂੰ ਆਪਣਾ ਬੇਸ ਬਣਾ ਕੇ ਹੋਰ ਲੋਕਲ ਕ੍ਰਾਂਤੀਕਾਰੀ ਲੋਕਾਂ ਨੂੰ ਆਪਣੇ ਨਾਲ ਜੋੜਨ ਵਿੱਚ ਜੁਟ ਗਏ। ਕਾਫੀ ਲੋਕ ਉਹਨਾਂ ਦੇ ਨਾਲ ਵੀ ਆ ਜੁੜੇ।
ਪਰ ਜਿਹੜੇ ਆਮ ਲੋਕ ਇਹਨਾਂ ਨਾਲ ਜੁੜਨ ਤੋਂ ਮਨਾ ਕਰ ਦਿੰਦੇ ਸੀ ਜਾਂ ਬਟਿਸਟਾ ਦੀ ਗਵਰਨਮੈਂਟ ਨੂੰ ਵਧੀਆ ਦੱਸਦੇ ਸਨ, ਉਹਨਾਂ ਨੂੰ ਚੇ ਗੁਏਰਾ ਦੇ ਹੁਕਮ 'ਤੇ ਮਾਰ ਦਿੱਤਾ ਜਾਂਦਾ ਸੀ। ਅਜਿਹੀਆਂ ਘਟਨਾਵਾਂ ਦੇ ਕਾਰਨ ਹੀ ਕੁਝ ਲੋਕ ਚੇ ਨੂੰ ਇੱਕ ਖੂਨੀ ਦੱਸਦੇ ਹਨ, ਕਿਉਂਕਿ ਉਸ ਦੇ ਕਹਿਣ 'ਤੇ ਹੀ ਬਹੁਤ ਆਮ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਇਹ ਉਹੀ ਆਮ ਲੋਕ ਸਨ ਜਿਨ੍ਹਾਂ ਬਾਰੇ ਚੇ ਗੁਏਰਾ ਪਹਿਲਾਂ ਹਮਦਰਦੀ ਰੱਖਦਾ ਸੀ। ਇਸੇ ਸਮੇਂ ਦੌਰਾਨ ਚੇ ਗੁਏਰਾ ਦੇ ਸਾਥੀਆਂ ਨੇ ਉਸ ਦੇ ਸੁਭਾਅ ਅੰਦਰ ਕਾਫੀ ਬਦਲਾਵ ਦੇਖੇ। ਉਹਨਾਂ ਦੇ ਦੱਸਣ ਮੁਤਾਬਿਕ ਉਹ ਹੁਣ ਕਾਫੀ ਬੇਰਹਿਮ ਅਤੇ ਹਿੰਸਕ ਹੋ ਗਿਆ ਸੀ, ਪਰ ਚੇ ਗੁਏਰਾ ਦੇ ਮੁਤਾਬਿਕ ਇਹ ਸਭ ਕੁਝ ਕ੍ਰਾਂਤੀ ਨੂੰ ਹਾਸਲ ਕਰਨ ਲਈ ਜ਼ਰੂਰੀ ਸੀ। ਮਈ 1957 ਤੱਕ ਉਹਨਾਂ ਦੀ ਗੁਰੀਲਾ ਫੋਰਸ ਵਿੱਚ 80 ਬੰਦੇ ਜੁੜ ਚੁੱਕੇ ਸਨ ਅਤੇ ਸੀਰੀਆ ਮਿਸਤਰਾ ਇਲਾਕੇ ਦੇ ਹੋਰ ਛੋਟੇ-ਛੋਟੇ ਰੈਬਲ ਗਰੁੱਪ ਵੀ ਉਹਨਾਂ ਨਾਲ ਮਿਲ ਕੇ ਕੰਮ ਕਰਦੇ ਸਨ। ਇਸ ਸਮੇਂ ਦੌਰਾਨ ਚੇ ਗੁਏਰਾ ਫਿਡੈਲ ਕਾਸਤਰੋ ਦੇ ਕਾਫੀ ਨਜ਼ਦੀਕ ਆ ਚੁੱਕਿਆ ਸੀ। ਫਿਡੈਲ ਕਾਸਤਰੋ ਨੇ ਉਸ ਨੂੰ ਛੋਟੇ ਰੈਬਲ ਗਰੁੱਪਸ ਨੂੰ ਗੁਰੀਲਾ ਟ੍ਰੇਨਿੰਗ ਦੇਣ ਦਾ ਜ਼ਿੰਮਾ ਸੰਭਾਲਿਆ। ਚੇ ਗੁਏਰਾ ਨੇ ਉਹਨਾਂ ਨੂੰ ਲੜਾਈ ਬਾਰੇ ਦੱਸਣ ਲਈ ਉੱਥੇ ਇੱਕ ਟ੍ਰੇਨਿੰਗ ਕੈਂਪ ਤਾਂ ਬਣਾਇਆ ਹੀ, ਨਾਲ ਦੀ ਨਾਲ ਉੱਥੇ ਇੱਕ ਟੈਂਪਰੇਰੀ ਹਸਪੀਟਲ, ਬੇਕਰੀ, ਟੇਲਰ ਸ਼ਾਪ ਅਤੇ ਇੱਕ ਪ੍ਰਿੰਟਿੰਗ ਸ਼ਾਪ ਵੀ ਬਣਾਈ ਅਤੇ ਉਸਨੇ ਪਹਾੜਾਂ ਵਿੱਚ ਇੱਕ ਰੇਡੀਓ ਸਟੇਸ਼ਨ ਵੀ ਬਣਾਇਆ ਜਿੱਥੋਂ ਉਹ ਆਪਣੀ ਕ੍ਰਾਂਤੀ ਦਾ ਸੰਦੇਸ਼ ਹੋਰ ਲੋਕਾਂ ਤੱਕ ਪਹੁੰਚਾ ਸਕਦਾ ਸੀ। ਚੇ ਗੁਏਰਾ ਦੀ ਚੜ੍ਹਾਈ ਦਿਨੋਂ ਦਿਨ ਵੱਧਦੀ ਜਾ ਰਹੀ ਸੀ ਅਤੇ ਉਸ ਦਾ ਨਾਮ ਹੁਣ ਫਿਡੈਲ ਕਾਸਤਰੋ ਅਤੇ ਉਸ ਦੇ ਭਰਾ ਦੇ ਨਾਲ-ਨਾਲ ਬਗਾਵਤੀ ਲੋਕਾਂ ਦੇ ਨਾਮ ਵਿੱਚ ਜੋੜਿਆ ਜਾਣ ਲੱਗਿਆ। ਚੇ ਕ੍ਰਾਂਤੀਕਾਰੀ ਕਮਿਊਨਿਟੀ ਵਿੱਚ ਇੰਨਾ ਪਪੂਲਰ ਹੋ ਚੁੱਕਿਆ ਸੀ ਕਿ ਕਈਆਂ ਦਾ ਮੰਨਣਾ ਸੀ ਫਿਡੈਲ ਕਾਸਤਰੋ ਨੂੰ ਚੇ ਦੀ ਚੜ੍ਹਾਈ ਦੇਖ ਕੇ ਆਪਣੀ ਪੋਜੀਸ਼ਨ ਦਾ ਖਤਰਾ ਹੋਣ ਲੱਗ ਗਿਆ ਸੀ। 1958 ਦੇ ਐਂਡ ਤੱਕ ਰੈਬਲ ਫੋਰਸਸ ਨੇ ਸਾਊਥ ਕਿਊਬਾ ਵਿੱਚ ਕਾਫੀ ਛੋਟੀਆਂ-ਛੋਟੀਆਂ ਜੰਗਾਂ ਜਿੱਤੀਆਂ। ਉਹ ਦਿਨ ਵੇਲੇ ਆਰਾਮ ਕਰਕੇ ਰਾਤ ਵੇਲੇ ਛੋਟੇ-ਛੋਟੇ ਪਿੰਡਾਂ ਅਤੇ ਸ਼ਹਿਰਾਂ 'ਤੇ ਹਮਲਾ ਕਰਦੇ ਸਨ ਅਤੇ ਹੌਲੀ-ਹੌਲੀ ਲਾਸ ਵਿਲਾਸ ਵੱਲ ਵੱਧ ਰਹੇ ਸਨ। ਲਾਸ ਵਿਲਾਸ ਕਿਊਬਾ ਦੀ ਇੱਕ ਪ੍ਰੋਵਿੰਸ ਹੈ। ਜੇਕਰ ਰੈਬਲ ਗਰੁੱਪ ਇਸ ਜਗ੍ਹਾ 'ਤੇ ਕਿਸੇ ਤਰੀਕੇ ਨਾਲ ਕਬਜ਼ਾ ਕਰ ਲੈਂਦੇ ਹਨ ਤਾਂ ਉਹ ਕਿਊਬਾ ਨੂੰ 2 ਹਿੱਸਿਆਂ ਵਿੱਚ ਵੰਡਣ ਵਿੱਚ ਕਾਮਯਾਬ ਹੋ ਜਾਣਗੇ। ਉਹਨਾਂ ਨੇ ਲਾਸ ਵਿਲਾਸ ਦੇ ਨਾਲ-ਨਾਲ ਕਿਊਬਾ ਦੀ ਕੈਪੀਟਲ ਸੈਂਟਾ ਕਲੈਰਾ 'ਤੇ ਵੀ ਜਿੱਤ ਹਾਸਲ ਕਰ ਲਈ ਸੀ। ਉਹਨਾਂ ਦੀ ਇਹ ਜਿੱਤ ਪੂਰੀ ਦੁਨੀਆ ਅੰਦਰ ਚਰਚਾ ਦਾ ਵਿਸ਼ਾ ਬਣੀ ਕਿਉਂਕਿ ਰੈਬਲਸ ਦੀ ਗਿਣਤੀ ਕਾਫੀ ਘੱਟ ਹੋਣ ਦੇ ਕਾਰਨ ਵੀ ਉਹਨਾਂ ਨੇ ਚੇ ਗੁਏਰਾ ਦੀ ਕਮਾਂਡ ਅੰਦਰ ਇਹ ਜਿੱਤ ਹਾਸਲ ਕਰ ਲਈ ਸੀ, ਜਿਸ ਤੋਂ ਬਾਅਦ CIA ਦੀਆਂ ਨਜ਼ਰਾਂ ਚੇ ਗੁਏਰਾ ਦੇ ਉੱਤੇ ਟਿਕ ਗਈਆਂ ਸਨ। ਇਸ ਜਿੱਤ ਤੋਂ ਬਾਅਦ ਬਟਿਸਟਾ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਉਸ ਨੂੰ ਆਪਣੇ ਦੇਸ਼ ਅੰਦਰ ਖਤਰਾ ਹੈ। ਇਸੇ ਲਈ ਉਹ 1 ਜਨਵਰੀ 1959 ਨੂੰ ਆਪਣਾ ਦੇਸ਼ ਛੱਡ ਕੇ ਡੋਮਿਨਿਕਨ ਰਿਪਬਲਿਕ ਭੱਜ ਗਿਆ ਅਤੇ ਜਾਂਦਾ ਹੋਇਆ ਆਪਣੇ ਨਾਲ $300 ਮਿਲੀਅਨ ਵੀ ਲੈ ਗਿਆ। ਇਸ ਤੋਂ ਅਗਲੇ ਦਿਨ 2 ਜਨਵਰੀ ਨੂੰ ਚੇ ਨੇ ਹਵਾਨਾ ਪਹੁੰਚ ਕੇ ਕਿਊਬਾ 'ਤੇ ਜਿੱਤ ਦਾ ਐਲਾਨ ਕਰ ਦਿੱਤਾ ਅਤੇ ਜਿਸ ਤੋਂ 6 ਦਿਨ ਬਾਅਦ ਫਿਡੈਲ ਕਾਸਤਰੋ ਵੀ ਉੱਥੇ ਪਹੁੰਚ ਗਿਆ। 2 ਸਾਲ ਦੇ ਵਿਦਰੋਹ ਅਤੇ 2000 ਜਾਨਾਂ ਗਵਾਉਣ ਤੋਂ ਬਾਅਦ ਆਖਿਰਕਾਰ ਫਿਡੈਲ ਕਾਸਤਰੋ ਅਤੇ ਚੇ ਗੁਏਰਾ ਕਿਊਬਾ 'ਤੇ ਕਮਿਊਨਿਸਟ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੇ। 16 ਨਵੰਬਰ 1959 ਨੂੰ ਫਿਡੈਲ ਕਾਸਤਰੋ ਕਿਊਬਾ ਦਾ ਨਵਾਂ ਪ੍ਰਾਈਮ ਮਿਨਿਸਟਰ ਬਣ ਗਿਆ, ਜਿਸ ਤੋਂ ਬਾਅਦ ਉਸਨੇ ਚੇ ਗੁਏਰਾ ਨੂੰ ਇੰਡੀਆ ਅਤੇ ਕੁਝ ਹੋਰ ਦੇਸ਼ਾਂ ਵਿੱਚ ਟੂਰ ਕਰਨ ਲਈ ਭੇਜਿਆ। ਇੰਡੀਆ ਵਿੱਚ ਚੇ ਗੁਏਰਾ ਨੂੰ ਭੇਜਣ ਦੇ 2 ਮੇਨ ਕਾਰਨ ਸਨ। ਇੱਕ ਤਾਂ ਆਜ਼ਾਦੀ ਵੇਲੇ ਇੰਡੀਆ ਦੇ ਹਾਲਾਤ ਵੀ ਬਿਲਕੁਲ ਕਿਊਬਾ ਵਰਗੇ ਸਨ। ਇੰਡੀਆ ਵੀ ਆਜ਼ਾਦੀ ਵੇਲੇ ਫਾਈਨੈਂਸ਼ੀਅਲੀ ਕੁਝ ਜ਼ਿਆਦਾ ਸਟਰੋਂਗ ਨਹੀਂ ਸੀ, ਪਰ ਇੰਡੀਆ ਨੇ ਥੋੜ੍ਹੇ ਸਮੇਂ ਵਿੱਚ ਹੀ ਆਪਣੀ ਇੰਡਸਟਰੀ, ਐਜੂਕੇਸ਼ਨ ਅਤੇ ਮੈਡੀਕਲ ਸੈਕਟਰਸ ਨੂੰ ਕਾਫੀ ਜ਼ਿਆਦਾ ਐਡਵਾਂਸ ਕਰ ਲਿਆ ਸੀ। ਅਤੇ ਦੂਜਾ ਕਾਰਨ ਇਹ ਸੀ ਕਿ ਇੰਡੀਆ ਉਹਨਾਂ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ ਜਿਸ ਨੇ ਫਿਡੈਲ ਕਾਸਟਰੋ ਦੀ ਨਵੀਂ ਬਣੀ ਸਰਕਾਰ ਨੂੰ ਮਾਨਤਾ ਦਿੱਤੀ ਸੀ। ਚੇ ਗੁਏਰਾ ਜੁਲਾਈ 1959 ਨੂੰ ਇੰਡੀਆ ਆਇਆ, ਜਿੱਥੇ ਆ ਕੇ ਉਸਨੇ ਨਵੀਂ ਦਿੱਲੀ ਅਤੇ ਕਲਕੱਤਾ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਹ ਆਮ ਲੋਕਾਂ ਵਿੱਚ ਕਾਫੀ ਵਿਚਰਿਆ ਅਤੇ ਉਸ ਵੇਲੇ ਦੇ ਵੱਡੇ ਲੀਡਰਸ ਅਤੇ ਆਪਣੇ ਆਈਡਲ ਜਵਾਹਰ ਲਾਲ ਨਹਿਰੂ ਨੂੰ ਵੀ ਮਿਲਿਆ। ਚੇ ਗੁਏਰਾ ਨੇ ਇੰਡੀਆ ਦੀਆਂ ਕਾਫੀ ਵੱਡੀਆਂ ਯੂਨੀਵਰਸਿਟੀਆਂ ਅਤੇ ਫੈਕਟਰੀਆਂ ਦਾ ਦੌਰਾ ਕੀਤਾ ਕਿਉਂਕਿ ਉਹ ਵੀ ਕਿਊਬਾ ਵਿੱਚ ਜਾ ਕੇ ਅਜਿਹੀ ਇੰਡਸਟਰੀ ਨੂੰ ਡਿਵੈਲਪ ਕਰਨਾ ਚਾਹੁੰਦਾ ਸੀ। ਇੰਡੀਆ ਦੇ ਨਾਲ-ਨਾਲ ਚੇ ਗੁਏਰਾ ਨੇ ਇਸੇ ਸਮੇਂ 13 ਹੋਰ ਦੇਸ਼ਾਂ ਦਾ ਦੌਰਾ ਕੀਤਾ ਅਤੇ ਇਸ ਦੌਰੇ ਤੋਂ ਪਹਿਲਾਂ ਉਸਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ 2 ਜੂਨ 1959 ਨੂੰ ਐਲਿਡਾ ਮਾਰਚ ਨਾਲ ਦੂਜਾ ਵਿਆਹ ਕਰਵਾਇਆ। ਇਸ ਟੂਰ ਤੋਂ ਬਾਅਦ ਫਿਡੈਲ ਕਾਸਟਰੋ ਨੇ ਚੇ ਗੁਏਰਾ ਨੂੰ 1961 ਵਿੱਚ ਮਿਨਿਸਟਰੀ ਆਫ ਇੰਡਸਟਰੀ ਦਾ ਮੰਤਰੀ ਬਣਾ ਦਿੱਤਾ, ਜਿਸ ਤੋਂ ਬਾਅਦ ਉਸ ਦਾ ਪਹਿਲਾ ਮਕਸਦ ਇਹ ਸੀ ਕਿ ਕਿਊਬਾ ਨੂੰ ਇੰਡਸਟਰੀਅਲ ਦੇਸ਼ ਬਣਾਇਆ ਜਾਵੇ ਤਾਂ ਕਿ ਉਹਨਾਂ ਨੂੰ ਕਿਸੇ ਹੋਰ ਦੇਸ਼ ਵੱਲ ਮਦਦ ਦਾ ਹੱਥ ਨਾ ਵਧਾਉਣਾ ਪਵੇ। ਚੇ ਨੇ ਜਿੰਨੀਆਂ ਵੀ ਇੰਡਸਟਰੀਜ਼ ਅਤੇ ਫੈਕਟਰੀਜ਼ ਲਗਾਈਆਂ ਉਹ ਕੁਆਲਿਟੀ ਵਜੋਂ ਇੰਨੀਆਂ ਵਧੀਆ ਨਹੀਂ ਸੀ। ਜ਼ਿਆਦਾਤਰ ਕਿਊਬਾ 'ਚ ਬਣਾਇਆ ਹੋਇਆ ਸਮਾਨ ਮਹਿੰਗਾ ਅਤੇ ਘਟੀਆ ਕੁਆਲਿਟੀ ਦਾ ਹੁੰਦਾ ਸੀ। 1964 ਦੇ ਅਖੀਰ ਤੱਕ ਚੇ ਨੇ ਆਪਣੇ ਆਪ ਨੂੰ ਇੱਕ ਇੰਟਰਨੈਸ਼ਨਲ ਰੈਵੋਲੂਸ਼ਨਰੀ ਐਕਸਪਰਟ ਮੰਨ ਲਿਆ ਸੀ, ਜਿਸ ਦੇ ਕਾਰਨ ਉਹ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਜਾਂਦਾ ਜਿੱਥੇ ਵੀ ਰੈਵੋਲੂਸ਼ਨ ਚੱਲ ਰਿਹਾ ਹੁੰਦਾ ਅਤੇ ਉਹ ਉੱਥੋਂ ਦੇ ਰੈਬਲ ਗਰੁੱਪਾਂ ਨੂੰ ਕ੍ਰਾਂਤੀਕਾਰੀ ਬਣਨ ਦੀ ਟ੍ਰੇਨਿੰਗ ਦਿੰਦਾ। ਇਸ ਜਰਨੀ ਦੌਰਾਨ ਉਸ ਦਾ 1965 ਵਿੱਚ ਕੋਂਗੋ ਦਾ ਦੌਰਾ ਕਾਫੀ ਮਸ਼ਹੂਰ ਰਿਹਾ, ਜਿੱਥੇ ਉਸਨੇ 7 ਮਹੀਨੇ ਰਹਿ ਕੇ ਰੈਬਲ ਕੋਂਗੋ ਫੋਰਸਸ ਨੂੰ ਟ੍ਰੇਨਿੰਗ ਦਿੱਤੀ।
ਇਸ ਸਮੇਂ ਦੌਰਾਨ ਉਹ ਜਿਹੜੇ ਵੀ ਦੇਸ਼ ਵਿੱਚ ਜਾਂਦਾ ਸਾਰੇ ਦੇਸ਼ਾਂ ਦੀਆਂ ਸਪਾਈ ਏਜੰਸੀਜ਼ ਉਸ 'ਤੇ ਨਜ਼ਰ ਰੱਖਦੀਆਂ ਸਨ, ਖਾਸ ਕਰਕੇ USA ਦੀ CIA। ਚੇ ਗਵੇਰਾ ਦੁਬਾਰਾ ਅਕਤੂਬਰ 1966 ਨੂੰ ਬਲੀਵੀਆ ਚਲਾ ਗਿਆ। ਉਸ ਨੂੰ ਲੱਗਦਾ ਸੀ ਕਿ ਉੱਥੋਂ ਦੇ ਕ੍ਰਾਂਤੀਕਾਰੀ ਗਰੁੱਪਸ ਨੂੰ ਆਪਣੇ ਨਾਲ ਮਿਲਾ ਕੇ ਉਹ ਪੂਰੇ ਲੈਟਿਨ ਅਮਰੀਕਾ ਵਿੱਚ ਇੰਪੀਰੀਅਲਿਜ਼ਮ ਨੂੰ ਖਤਮ ਕਰਕੇ ਕਿਊਬਾ ਵਾਂਗ ਕ੍ਰਾਂਤੀ ਲਿਆ ਸਕਦਾ ਹੈ। ਪਰ ਜਦੋਂ ਉਹ ਬਲੀਵੀਆ ਵਿੱਚ ਆਪਣੇ ਕੁਝ ਕਿਊਬਨ ਕ੍ਰਾਂਤੀਕਾਰੀ ਸਾਥੀਆਂ ਨਾਲ ਉੱਥੇ ਪਹੁੰਚਿਆ ਤਾਂ ਬਲੀਵੀਅਨ ਰੈਬਲ ਗਰੁੱਪਸ ਨੇ ਉਹਨਾਂ ਦਾ ਕੋਈ ਚੰਗਾ ਸਵਾਗਤ ਨਹੀਂ ਕੀਤਾ, ਕਿਉਂਕਿ ਬਲੀਵੀਆ ਦੇ ਨੇਟਿਵ ਕ੍ਰਾਂਤੀਕਾਰੀ ਕਿਊਬਾ ਦੇ ਸਾਰੇ ਬੰਦਿਆਂ ਨੂੰ ਉਹਨਾਂ ਦੀ ਚਿੱਟੀ ਚਮੜੀ ਹੋਣ ਕਾਰਨ ਇੱਕ ਅਜਨਬੀ ਸਮਝਦੇ ਸਨ, ਜਿਸ ਦੇ ਨਤੀਜੇ ਵਜੋਂ 11 ਮਹੀਨੇ ਵਿੱਚ ਚੇ ਗੁਵੇਰਾ ਇੱਕ ਵੀ ਬੰਦੇ ਨੂੰ ਆਪਣੇ ਨਾਲ ਮਿਲਾਉਣ ਵਿੱਚ ਕਾਮਯਾਬ ਨਾ ਹੋ ਸਕਿਆ। ਬੋਲੀਵੀਅਨ ਰੈਬਲ ਫੋਰਸਿਸ ਨੇ ਅਮਰੀਕਾ ਦੀ ਮਦਦ ਨਾਲ ਹੌਲੀ-ਹੌਲੀ ਸਾਰੇ ਰੈਬਲ ਗਰੁੱਪਸ ਨੂੰ ਲੱਭ ਕੇ ਖਤਮ ਕਰਨਾ ਸ਼ੁਰੂ ਕਰ ਦਿੱਤਾ। 7 ਅਕਤੂਬਰ 1967 ਨੂੰ ਕਿਸੇ ਖਬਰੀ ਨੇ ਚੇ ਅਤੇ ਉਸ ਦੇ ਸਾਥੀਆਂ ਦੀ ਲੋਕੇਸ਼ਨ ਬਾਰੇ ਬੋਲੀਵੀਅਨ ਫੋਰਸਿਸ ਨੂੰ ਦੱਸ ਦਿੱਤਾ ਅਤੇ ਅਗਲੇ ਦਿਨ 8 ਅਕਤੂਬਰ ਨੂੰ 2000 ਸਪੈਸ਼ਲ ਫੋਰਸਿਸ ਨੇ ਯੂਰੋ ਰੀਵਨ ਨੂੰ ਚਾਰੇ ਪਾਸੋਂ ਘੇਰਾ ਪਾ ਲਿਆ, ਜਿੱਥੇ ਚੇ ਅਤੇ ਉਸ ਦੇ ਕੁਝ ਸਾਥੀ ਲੁਕੇ ਹੋਏ ਸਨ। ਇਸ ਲੜਾਈ ਦੌਰਾਨ ਚੇ ਗੁਵੇਰਾ ਦੇ 10 ਸਾਥੀ ਮਾਰੇ ਗਏ। ਜਦੋਂ ਇੱਕ ਸਿਪਾਹੀ ਚੇ ਗੁਵੇਰਾ ਨੂੰ ਗੋਲੀ ਮਾਰਨ ਲੱਗਿਆ ਤਾਂ ਉਸਨੇ ਉੱਚੀ ਦਿਨੀ ਕਿਹਾ, ਗੋਲੀ ਨਾ ਚਲਾਉਣਾ, ਮੈਂ ਚੇ ਗੁਵੇਰਾ ਹਾਂ, ਮੇਰੀ ਜਿਉਂਦੇ ਦੀ ਕੀਮਤ ਮਰੇ ਨਾਲੋਂ ਜ਼ਿਆਦਾ ਹੈ। ਜ਼ਖਮੀ ਹੋਏ ਚੇ ਗੁਵੇਰਾ ਨੂੰ ਬੰਦੀ ਬਣਾ ਕੇ ਇੱਕ ਨੇੜੇ ਦੇ ਸਰਕਾਰੀ ਸਕੂਲ ਵਿੱਚ ਲਿਜਾਇਆ ਗਿਆ, ਜਿੱਥੇ ਉਸ ਨੂੰ ਇੰਟੈਰੋਗੇਟ ਕਰਕੇ ਉਸ ਦੇ ਹੋਰ ਸਾਥੀਆਂ ਦੀ ਲੋਕੇਸ਼ਨ ਬਾਰੇ ਪੁੱਛਿਆ ਗਿਆ, ਪਰ ਉਸਨੇ ਕੁਝ ਵੀ ਬੋਲਣ ਤੋਂ ਮਨਾ ਕਰ ਦਿੱਤਾ। ਉਸ ਸਕੂਲ ਦੇ ਅੰਦਰ ਤਾਇਨਾਤ ਇੱਕ ਸਿਪਾਹੀ ਦੇ ਦੱਸਣ ਮੁਤਾਬਿਕ ਚੇ ਨੇ ਆਪਣੀ ਧੌਣ ਹਮੇਸ਼ਾ ਉੱਚੀ ਰੱਖ ਕੇ ਅੱਖ ਵਿੱਚ ਅੱਖ ਪਾ ਕੇ ਦੂਜੇ ਅਫਸਰ ਵੱਲ ਦੇਖਦਾ ਰਿਹਾ। ਜਦੋਂ ਥੋੜ੍ਹੇ ਟਾਈਮ ਬਾਅਦ ਚੇ ਗੁਵੇਰਾ ਨੇ ਸਮੋਕ ਕਰਨ ਲਈ ਕੁਝ ਮੰਗਿਆ ਤਾਂ ਉਸ ਨੂੰ ਪਾਈਪ ਦਿੱਤੀ ਗਈ। ਜਦੋਂ ਉਹ ਪਾਈਪ ਵਿੱਚੋਂ ਧੂੰਆਂ ਕੱਢ ਰਿਹਾ ਸੀ ਤਾਂ ਇੱਕ ਹੋਰ ਅਫਸਰ ਨੇ ਆ ਕੇ ਉਸ ਦੀ ਪਾਈਪ ਖੋਹ ਲਈ, ਜਿਸ ਦੇ ਬਦਲੇ ਵਿੱਚ ਚੇ ਨੇ ਉਸ ਅਫਸਰ ਦੇ ਲੱਤ ਮਾਰੀ। 9 ਅਕਤੂਬਰ ਨੂੰ ਚੇ ਨੇ ਉਸ ਸਕੂਲ ਦੇ ਕਿਸੇ ਟੀਚਰ ਨਾਲ ਗੱਲ ਕਰਨ ਦੀ ਮੰਗ ਰੱਖੀ। 22 ਸਾਲਾਂ ਦੀ ਸਕੂਲ ਦੀ ਟੀਚਰ ਜੂਲੀਆਨ ਕੋਰਟੇਜ਼ ਨੂੰ ਚੇ ਗੁਵੇਰਾ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਉਸ ਟੀਚਰ ਨੇ ਬਾਅਦ ਵਿੱਚ ਦੱਸਿਆ ਕਿ ਚੇ ਗੁਵੇਰਾ ਗੱਲਾਂ ਬਾਤਾਂ ਤੋਂ ਬਹੁਤ ਹੀ ਸੂਝਵਾਨ ਅਤੇ ਠਰੰਮੇ ਵਾਲਾ ਆਦਮੀ ਲੱਗ ਰਿਹਾ ਸੀ। ਉਸ ਦੀਆਂ ਅੱਖਾਂ ਵਿੱਚ ਇੱਕ ਅਜਿਹੀ ਚਮਕ ਸੀ ਕਿ ਮੈਂ ਕਦੇ ਵੀ ਉਸ ਵੱਲ ਨਜ਼ਰਾਂ ਚੱਕ ਕੇ ਗੱਲ ਨਹੀਂ ਕਰ ਸਕੀ। ਚੇ ਗੁਵੇਰਾ ਨੇ ਉਸ ਟੀਚਰ ਨੂੰ ਕਿਹਾ ਕਿ ਤੂੰ ਆਪਣੇ ਸਕੂਲ ਦੇ ਹਾਲਾਤ ਦੇਖ, ਇਸ ਦੀਆਂ ਕੰਧਾਂ ਟੁੱਟੀਆਂ ਹੋਈਆਂ ਹਨ, ਆਮ ਲੋਕਾਂ ਦੇ ਜਵਾਕ ਅਜਿਹੇ ਹਾਲਾਤ ਵਿੱਚ ਕਿਵੇਂ ਪੜ੍ਹ ਸਕਦੇ ਹਨ? ਪਰ ਦੂਜੇ ਪਾਸੇ ਪੋਲੀਟੀਸ਼ੀਅਨਸ ਮਰਸੀਡੀਜ਼ ਗੱਡੀਆਂ ਵਿੱਚ ਘੁੰਮਦੇ ਹਨ ਤੇ ਅਸੀਂ ਇਸੇ ਕਾਰਨ ਕਰਕੇ ਹੀ ਇਹ ਲੜਾਈ ਲੜ ਰਹੇ ਹਾਂ। ਅਤੇ ਉਸੇ ਹੀ ਦਿਨ ਬੋਲੀਵੀਆ ਦੇ ਪ੍ਰੈਜ਼ੀਡੈਂਟ ਰੀਨੇ ਬੈਰੇਂਟੋਸ ਨੇ ਚੇ ਗੁਵੇਰਾ ਦੀ ਮੌਤ ਦੇ ਹੁਕਮ ਸੁਣਾ ਦਿੱਤੇ। ਉਸ ਨੂੰ ਮਾਰਨ ਤੋਂ ਪਹਿਲਾਂ ਸਕੂਲ ਦੇ ਪਲੇਗਰਾਊਂਡ ਵਿੱਚ ਫੌਜੀਆਂ ਨੇ ਉਸ ਨਾਲ ਫੋਟੋਆਂ ਖਿਚਾਈਆਂ ਤੇ ਬਾਅਦ ਵਿੱਚ ਉਸ ਨੂੰ ਇੱਕ ਕਮਰੇ ਵਿੱਚ ਲਿਜਾਇਆ ਗਿਆ। ਚੇ ਗੁਵੇਰਾ ਆਪਣੇ ਪੈਰਾਂ 'ਤੇ ਖੜਾ ਸੀ ਅਤੇ ਜੋ ਸਿਪਾਹੀ ਉਸ ਨੂੰ ਮਾਰਨ ਆਇਆ ਸੀ, ਚੇ ਗੁਵੇਰਾ ਨੇ ਆਪਣੇ ਆਖਰੀ ਸ਼ਬਦ ਉਸ ਨੂੰ ਬੋਲੇ, ਮੈਨੂੰ ਪਤਾ ਹੈ ਤੂੰ ਮੈਨੂੰ ਇੱਥੇ ਮਾਰਨ ਆਇਆ ਹੈ, ਮਾਰ ਗੋਲੀ ਡਰਪੋਕ, ਤੂੰ ਇੱਕ ਮਰਦ ਨੂੰ ਹੀ ਮਾਰੇਂਗਾ। ਚੇ ਗੁਵੇਰਾ ਨੂੰ ਮਾਰਨ ਵਾਲੇ ਸਿਪਾਹੀ ਦਾ ਨਾਮ ਮਾਰੀਓ ਟੈਰਨ ਸੀ। ਉਸਨੇ ਚੇ ਦੀਆਂ ਬਾਹਾਂ ਅਤੇ ਲੱਤਾਂ 'ਤੇ ਕੁੱਲ 9 ਗੋਲੀਆਂ ਮਾਰੀਆਂ। 5 ਗੋਲੀਆਂ ਉਸ ਦੀਆਂ ਲੱਤਾਂ 'ਤੇ ਲੱਗੀਆਂ, ਇੱਕ ਗੋਲੀ ਉਸ ਦੇ ਮੋਢੇ ਅਤੇ ਬਾਂਹ 'ਤੇ ਅਤੇ ਇੱਕ ਗੋਲੀ ਉਸ ਦੀ ਛਾਤੀ ਅਤੇ ਗਲੇ 'ਤੇ ਜਾ ਲੱਗੀ, ਜਿਸ ਤੋਂ ਬਾਅਦ ਚੇ ਗੁਵੇਰਾ ਉੱਥੇ ਹੀ ਜ਼ਮੀਨ 'ਤੇ ਡਿੱਗ ਪਿਆ ਅਤੇ ਡਿੱਗਦੇ ਹੋਏ ਵੀ ਉਹ ਆਪਣੀ ਬਾਂਹ 'ਤੇ ਦੰਦੀ ਵੱਢ ਰਿਹਾ ਸੀ ਤਾਂ ਕਿ ਉਸ ਦੇ ਮਰਦੇ ਹੋਏ ਦੀ ਚੀਕ ਨਾ ਨਿਕਲੇ। ਚੇ ਗੁਵੇਰਾ ਦੇ ਸਿਰ 'ਤੇ ਗੋਲੀ ਇਸ ਲਈ ਨਹੀਂ ਮਾਰੀ ਗਈ ਤਾਂ ਕਿ ਉਸ ਦੇ ਮਰਨ ਤੋਂ ਬਾਅਦ ਇਹ ਕਿਹਾ ਜਾ ਸਕੇ ਕਿ ਉਹ ਲੜਾਈ ਦੇ ਦੌਰਾਨ ਮਰਿਆ ਹੈ। ਚੇ ਗੁਵੇਰਾ ਨੂੰ 9 ਅਕਤੂਬਰ 1968 ਨੂੰ ਦੁਪਹਿਰੇ 1:10 'ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਆਪਣੀ ਮੌਤ ਤੋਂ ਲਗਭਗ 1 ਮਹੀਨਾ ਪਹਿਲਾਂ ਚੇ ਗੁਵੇਰਾ ਨੇ ਆਪਣੀ ਮੌਤ ਲਈ ਐਪੀਟਾਫ ਲਿਖ ਲਿਆ ਸੀ। ਇਸ ਵਿੱਚ ਚੇ ਗੁਵੇਰਾ ਨੇ ਲਿਖਿਆ ਕਿ ਕਿਤੇ ਵੀ ਮੌਤ ਸਾਨੂੰ ਹੈਰਾਨ ਕਰ ਸਕਦੀ ਹੈ, ਆਓ ਇਸ ਦਾ ਸਵਾਗਤ ਕਰੀਏ, ਬੇਸ਼ਰਤ ਇਹ ਸਾਡੀ ਲੜਾਈ ਦੀ ਆਵਾਜ਼ ਕੁਝ ਸਵੀਕਾਰ ਕਰਨ ਵਾਲੇ ਕੰਨਾਂ ਤੱਕ ਪਹੁੰਚ ਗਈ ਹੋਵੇ ਅਤੇ ਸਾਡੇ ਹਥਿਆਰਾਂ ਨੂੰ ਸੰਭਾਲਣ ਲਈ ਹੋਰ ਹੱਥ ਅੱਗੇ ਵਧਾਏ ਜਾਣ। ਆਪਣੇ ਦੇਸ਼ ਵਿੱਚ ਜਦੋਂ ਵੀ ਕੋਈ ਪੁੱਛਦਾ ਕਿ ਚੇ ਗੁਵੇਰਾ ਕੌਣ ਸੀ ਤਾਂ ਜਵਾਬ ਵਿੱਚ ਲੋਕ ਇਹੀ ਕਹਿੰਦੇ ਆ ਕਿ ਕਿਊਬਾ ਦਾ ਭਗਤ ਸਿੰਘ ਸੀ। ਅੱਜ ਵੀ ਕਈ ਲੋਕ ਚੇ ਗੁਵੇਰਾ ਨੂੰ ਬਹੁਤ ਵੱਡਾ ਕ੍ਰਾਂਤੀਕਾਰੀ ਮੰਨਦੇ ਹਨ ਅਤੇ ਦੂਜੇ ਪਾਸੇ ਅਜਿਹੇ ਬਹੁਤ ਲੋਕ ਹਨ ਜੋ ਉਸ ਨੂੰ ਮਾਸ ਮਰਡਰਰ ਕਹਿੰਦੇ ਹਨ, ਕਿਉਂਕਿ ਉਸਨੇ ਕਈ ਨਿਰਦੋਸ਼ ਬੰਦੇ ਬਿਨਾਂ ਕਿਸੇ ਅਦਾਲਤੀ ਕਾਰਵਾਈ ਤੋਂ ਮੌਤ ਦੇ ਘਾਟ ਉਤਾਰ ਦਿੱਤੇ ਸਨ। ਸ਼ਾਇਦ ਚੇ ਗੁਵੇਰਾ ਲਈ ਉਹ ਕਹਾਵਤ ਸਹੀ ਹੈ, ਵਨ ਮੈਨਸ ਟੈਰਰਿਸਟ ਅਨਦਰ ਮੈਨਸ ਫਰੀਡਮ ਫਾਈਟਰ। ਹਾਂਜੀ, ਇਹ ਸੀ ਅੱਜ ਦੀ ਵੀਡੀਓ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ।